ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੱਤਰਕਾਰਾਂ ਅਤੇ ਸਿਆਸਤਦਾਨਾਂ ਦੀ ਜਸੂਸੀ ਕਰਵਾਉਣ ਤੇ ਮੋਦੀ ਸਰਕਾਰ ਨੂੰ ਸੁਪਰੀਮ ਕੋਰਟ ਦਾ ਵੱਡਾ ਝਟਕਾ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ। ਦਵਿੰਦਰ ਜੀ, ਤੁਹਾਡਾ ਬਹੁਤ ਸਵਾਗਤ ਹੈ ਜੀ। ਸ਼ੁਕਰੀਆ। ਦਵਿੰਦਰ ਜੀ, ਮੋਦੀ ਸਰਕਾਰ ਨੂੰ ਕੇਂਦਰ ਵਿੱਚ ਕਾਬਜ਼ ਹੋਏ ਨੂੰ 7 ਸਾਲ ਦਾ ਸਮਾਂ ਜਿਹੜਾ ਹੈਗਾ ਬੀਤ ਚੁੱਕਿਆ ਹੈ ਤੇ ਉਸ ਦੌਰਾਨ ਉਸ 'ਤੇ ਕਈ ਤਰ੍ਹਾਂ ਦੇ ਜਿਹੜੇ ਦੋਸ਼ ਲੱਗਦੇ ਆਏ ਨੇ। ਤੇ ਜੇਕਰ ਗੱਲ ਕਰੀਏ ਪਿਛਲੇ ਕੁਝ ਸਮੇਂ ਤੋਂ ਇੱਕ ਵੱਡਾ ਮੁੱਦਾ ਜਿਹੜਾ ਹੈਗਾ ਚਰਚਾ 'ਚ ਆਇਆ ਹੋਇਆ ਵੀ ਪਿਛਲੇ ਦਿਨੀ ਜਿਹੜਾ ਦੇਸ਼ ਦੇ ਪੱਤਰਕਾਰਾਂ ਦੀ ਅਤੇ ਸਿਆਸਤਦਾਨਾਂ ਦੇ ਜਿਹੜੇ ਹੈਗੇ ਆ ਜਸੂਸੀ ਕਰਵਾਈ ਗਈ ਹੈ, ਜਿਸ ਨੂੰ ਲੈ ਕੇ ਮੋਦੀ ਸਰਕਾਰ ਦੀ ਸੁਪਰੀਮ ਕੋਰਟ ਦੇ ਵਿੱਚ ਵੀ ਝਾੜ ਝੰਮ ਹੋਈ ਹੈ ਤੇ ਉਹਨਾਂ ਨੂੰ ਇੱਕ ਵੱਡਾ ਝਟਕਾ ਜਿਹੜਾ ਸੁਪਰੀਮ ਕੋਰਟ ਨੂੰ ਤੋਂ ਜਿਹੜਾ ਹੈਗਾ ਮੋਦੀ ਸਰਕਾਰ ਨੂੰ ਮਿਲਿਆ। ਅਸੀਂ ਜਾਣਨਾ ਚਾਹਾਂਗੇ ਜਸੂਸੀ ਦਾ ਪੂਰਾ ਮਾਮਲਾ ਕੀ ਸੀ ਤੇ ਆਖਿਰ ਸੁਪਰੀਮ ਕੋਰਟ ਦਾ ਇਸ 'ਤੇ ਹੁਣ ਟਿੱਪਣੀ ਕੀ ਰਹੀ ਹੈ। ਕੁਝ ਮਹੀਨੇ ਪਹਿਲਾਂ ਜਿਵੇਂ ਆਪਾਂ ਨੂੰ ਯਾਦ ਹੋਊ, ਜਦੋਂ ਇਹ ਗੱਲਾਂ ਨਸ਼ਰ ਹੋਈਆਂ ਸੀ, ਸਾਰੀ ਦੁਨੀਆ ਦੇ ਵਿੱਚ ਨਸ਼ਰ ਹੋਈਆਂ ਵੀ ਭਾਰਤ ਸਰਕਾਰ ਨੇ ਜਾਂ ਉਹਦੀ ਕਿਸੇ ਏਜੰਸੀ ਨੇ ਇੱਕ ਇਜ਼ਰਾਈਲੀ ਕੰਪਨੀ ਤੋਂ ਇੱਕ ਸੌਫਟਵੇਅਰ ਖਰੀਦ ਕੇ ਹਿੰਦੁਸਤਾਨ ਦੇ ਨਾਮੀ ਪੱਤਰਕਾਰਾਂ ਦਾ, ਨਾਮੀ ਸਿਆਸਤਦਾਨਾਂ, ਵਕੀਲਾਂ ਅਤੇ ਹੋਰ ਜਿੰਨੇ ਵੀ ਮੁਆਜ਼ਜ਼ ਬੰਦੇ ਹੁੰਦੇ ਨੇ ਸੋਸਾਇਟੀ ਦੇ ਵਿੱਚ, ਸਾਡੇ ਸਮਾਜ ਦੇ ਵਿੱਚ, ਉਹਨਾਂ ਦੀ ਜਸੂਸੀ ਕਰਵਾਈ। ਇੱਕ ਇਸ ਤਰ੍ਹਾਂ ਦਾ ਸੌਫਟਵੇਅਰ ਜਿਹਦਾ ਮਤਲਬ ਇੱਕ ਤਰ੍ਹਾਂ ਨਾਲ ਉਹ ਸਾਰਾ ਜਸੂਸ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਬਿਠਾ ਦਿੱਤਾ ਗਿਆ। ਉਸ ਮੋਬਾਈਲ ਫੋਨ ਦੇ ਜ਼ਰੀਏ ਤੁਹਾਡੀ ਹਰ ਤਰ੍ਹਾਂ ਦੀ ਗਤੀਵਿਧੀ ਜਿਹੜੀ, ਚਾਹੇ ਤੁਸੀਂ ਕਿਸੇ ਨੂੰ ਈਮੇਲ ਕਰਦੇ ਹੋ, ਈਮੇਲ ਰਿਸੀਵ ਕਰਦੇ ਹੋ, ਚਾਹੇ ਤੁਸੀਂ ਕਿਸੇ ਨੂੰ ਵਟਸਐਪ ਚੈਟ ਕਰਦੇ ਹੋ, ਵਟਸਐਪ ਕਾਲ ਕਰਦੇ ਹੋ, ਕੁਛ ਵੀ ਜਿਹੜਾ ਹੈ ਉਹ ਸੁਰੱਖਿਅਤ ਨਹੀਂ ਸੀ ਰਿਹਾ ਜੀ। ਇਹਨੂੰ ਜੇ ਅਸੀਂ ਲੜੀਵਾਰ ਦੇਖਿਆ ਜਾਵੇ ਤਾਂ ਇਹ ਉਸੇ ਤਰ੍ਹਾਂ ਦਾ ਇੱਕ ਸਿਲਸਿਲਾ ਹੈ ਜਿਸ ਤਰ੍ਹਾਂ ਦਾ ਇੱਕ ਹਿੰਦੁਸਤਾਨ ਦੇ ਵਿੱਚ ਸੱਭਿਅਕ ਲੋਕਾਂ ਨੂੰ ਅਤੇ ਆਮ ਨਾਗਰਿਕਾਂ ਨੂੰ ਇੱਕ ਦਹਿਸ਼ਤ ਅਤੇ ਡਰ ਦੇ ਮਾਹੌਲ ਦੇ ਵਿੱਚ ਰਹਿਣ ਦਾ ਜਿਹੜਾ ਇੱਕ ਪ੍ਰਵਿਰਤੀ ਜਿਹੜੀ ਇੱਕ ਸਿਰਜੀ ਜਾ ਰਹੀ ਸੀ, ਇੱਕ ਮਾਹੌਲ ਸਿਰਜਿਆ ਜਾ ਰਿਹਾ ਸੀ, ਉਸੇ ਤਰ੍ਹਾਂ ਦਾ ਇੱਕ ਇਹ ਸਿਲਸਿਲੇਵਾਰ ਅਸੀਂ ਇਹਨੂੰ ਕਹਾਂਗੇ ਇੱਕ ਇਹ ਘਟਨਾ ਹੈਗੀ ਜਾਂ ਇਹ ਇੱਕ ਐਪੀਸੋਡ ਹੈ ਉਸੇ ਦਾ ਹੀ ਜੀ। ਤੁਸੀਂ ਇਹ ਦੇਖੋ ਵੀ ਹੈਰਾਨੀ ਦੀ ਗੱਲ ਇਹ ਹੈ ਵੀ ਫਰਾਂਸ ਦੇ ਵਿੱਚ ਵੀ ਇਹਦਾ ਰੌਲਾ ਪਿਆ, ਯੂਰਪ ਦੇ ਕਈ ਹੋਰ ਮੁਲਕਾਂ ਦੇ ਵਿੱਚ ਰੌਲਾ ਪਿਆ। ਉੱਥੋਂ ਦੀਆਂ ਸਰਕਾਰਾਂ ਨੇ ਆਜ਼ਾਦਾਨਾ ਤੌਰ 'ਤੇ ਇਹਦੀ ਜਾਂਚ, ਇਨਕੁਆਇਰੀ ਬਿਠਾਈ ਵੀ ਅਸੀਂ ਜਾਂਚ ਕਰਾਵਾਂਗੇ ਜੇ ਜੋ ਵੀ ਹੋਇਆ, ਕੀ ਹੋਇਆ, ਕਿਹਨੇ ਕੀਤਾ, ਕੀ ਹੋਇਆ। ਪਰ ਭਾਰਤ ਦੀ ਸਰਕਾਰ ਜਿਹੜੀ ਹੈ ਕੌਮੀ ਸੁਰੱਖਿਆ ਦੇ ਨਾਂ 'ਤੇ ਆਮ ਨਾਗਰਿਕਾਂ ਦੇ ਜਿਹੜੇ ਹੈ ਬੁਨਿਆਦੀ ਜਿਹੜੇ ਸਾਡੇ ਅਧਿਕਾਰ ਨੇ ਉਹਨਾਂ ਨਾਲ ਖਿਲਵਾੜ ਕਰ ਰਹੀ ਸੀਗੀ। ਕੌਮੀ ਸੁਰੱਖਿਆ ਦਾ ਕਿਹਨੂੰ ਫਿਕਰ ਨਹੀਂ? ਸਾਨੂੰ ਫਿਕਰ ਨਹੀਂ, ਦੇਸ਼ ਦੀਆਂ ਅਦਾਲਤਾਂ ਨੂੰ ਫਿਕਰ ਨਹੀਂ, ਜਾਂ ਸਰਕਾਰਾਂ ਨੂੰ ਫਿਕਰ ਨਹੀਂ। ਇਹ ਜ਼ਰੂਰੀ ਨਹੀਂ ਵੀ ਜੇ ਅੱਜ ਹੁਕਮਰਾਨ ਕਿਸੇ ਇੱਕ ਧਿਰ ਦੇ ਆ ਗਏ ਤਾਂ ਸਿਰਫ ਕੌਮੀ ਸੁਰੱਖਿਆ ਦਾ ਫਿਕਰ ਉਹਨਾਂ ਨੂੰ ਹੈ ਜੀ। ਹਰ ਨਾਗਰਿਕ ਨੂੰ ਜਿਹੜਾ ਆਪਣੇ ਦੇਸ਼ ਨੂੰ ਪਿਆਰ ਕਰਦਾ ਹੈ ਉਹਨੂੰ ਕੌਮੀ ਸੁਰੱਖਿਆ ਦਾ ਫਿਕਰ ਹੈ ਜੀ। ਕੌਮੀ ਸੁਰੱਖਿਆ ਦਾ ਮਤਲਬ ਇਹ ਨਹੀਂ ਹੁੰਦਾ ਵੀ ਕੌਮੀ ਸੁਰੱਖਿਆ ਦੇ ਉੱਤੇ ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਝਾਕਣ ਲੱਗ ਜਾਓ, ਲੋਕਾਂ ਦੀਆਂ ਜ਼ਿੰਦਗੀ ਦੇ ਹਰ ਪਹਿਲੂ ਬਾਰੇ ਤੁਹਾਨੂੰ ਪਤਾ ਲੱਗਣ ਲੱਗ ਜੇ। ਉਸ ਤੋਂ ਵੀ ਖਤਰਨਾਕ ਉਹ ਰੁਝਾਨ ਹੁੰਦਾ ਹੈ ਜਦੋਂ ਕੋਈ ਵੀ ਧਿਰ, ਚਾਹੇ ਕੋਈ ਸਿਆਸੀ ਧਿਰ ਹੋਵੇ, ਚਾਹੇ ਕੋਈ ਮੀਡੀਆ ਦੀ ਧਿਰ ਹੋਵੇ, ਜਦੋਂ ਸਰਕਾਰਾਂ ਦੀ ਜਵਾਬਦੇਹੀ ਬਣਾਉਣ ਦੀ ਕੋਸ਼ਿਸ਼ ਕਰਦੀਆਂ, ਸਰਕਾਰਾਂ ਨੂੰ ਸਵਾਲ ਕਰਦੀਆਂ, ਸਰਕਾਰਾਂ ਦੇ ਅਜਿਹੇ ਲੁਕਵੇਂ ਤੱਥ ਜਿਹੜੇ ਆ ਉਹ ਲੋਕਾਂ ਮੂਹਰੇ ਨਸ਼ਰ ਕਰਦੀਆਂ ਤਾਂ ਜੋ ਲੋਕਾਂ ਨੂੰ ਇਹ ਪਤਾ ਲੱਗ ਸਕੇ ਵੀ ਸਰਕਾਰਾਂ ਕਿਸ ਤਰ੍ਹਾਂ ਦੇ ਗਲਤ ਫੈਸਲੇ ਲੈ ਰਹੀਆਂ ਜਿਨ੍ਹਾਂ ਦਾ ਲੋਕਾਂ ਦੀਆਂ ਜ਼ਿੰਦਗੀਆਂ ਦੇ ਉੱਤੇ ਕੀ ਅਸਰ ਪੈਣਾ ਗਾ ਜੀ। ਤਾਂ ਉਹਨਾਂ ਦੀ ਨਿਗਾਹਬਾਨੀ, ਉਹਨਾਂ ਦੀ ਜਸੂਸੀ ਕਰਨਾ ਜਿਹੜਾ ਉਹ ਹੋਰ ਵੀ ਇੱਕ ਖਤਰਨਾਕ ਰੁਝਾਨ ਬਣ ਜਾਂਦਾ ਹੈ ਜਦੋਂ ਅਸੀਂ ਜਮਹੂਰੀਅਤ ਦੀ ਗੱਲ ਕਰਦੇ ਹਾਂ। ਜਦੋਂ ਤਾਂ ਡਿਕਟੇਟਰਸ਼ਿਪ ਹੋਵੇ, ਤਾਨਾਸ਼ਾਹੀ ਹੋਵੇ, ਹਿਟਲਰਾਨਾ ਜਿਹੜਾ ਹੈ ਦੌਰ ਚੱਲ ਰਿਹਾ ਹੋਵੇ, ਉਦੋਂ ਇਹੋ ਜਿਹਾ ਕੁਛ ਹੋਵੇ, ਕਿਉਂਕਿ ਉਦੋਂ ਤਾਂ ਕੋਈ ਸੰਵਿਧਾਨ ਹੁੰਦਾ ਹੀ ਨਹੀਂ ਜੀ। ਉਦੋਂ ਤਾਂ ਲੋਕ ਸਬਰ ਦਾ ਘੁੱਟ ਭਰ ਲੈਂਦੇ ਨੇ। ਉਦੋਂ ਲੜਾਈ ਜਿਹੜੀ ਹੈ ਹੋਰ ਤਰ੍ਹਾਂ ਦੀ ਲੜੀ ਜਾਂਦੀ ਹੈ। ਉਦੋਂ ਇੱਕ ਆਜ਼ਾਦੀ ਦੀ ਲੜਾਈ ਹੋਰ ਤਰ੍ਹਾਂ ਦੀ ਲੜੀ ਜਾਂਦੀ ਹੈ। ਜਦੋਂ ਜਮਹੂਰੀਅਤ ਦੇ ਨਾਂ 'ਤੇ 5 ਸਾਲ ਲਈ ਸਰਕਾਰਾਂ ਚੁਣੀਆਂ ਜਾਂਦੀਆਂ ਨੇ, ਲੋਕਾਂ ਨੇ ਵੋਟਾਂ ਪਾ ਕੇ ਸਰਕਾਰਾਂ ਬਣੀਆਂ ਨੇ, ਉਦੋਂ ਜਦੋਂ ਇਹੋ ਜਿਹਾ ਰੁਝਾਨ ਸਾਹਮਣੇ ਆਉਂਦਾ ਹੈ ਤਾਂ ਉਹ ਖਤਰਨਾਕ ਵੀ ਹੈ ਅਤੇ ਲੋਕਾਂ ਨੂੰ ਸੋਚਣ ਲਈ ਵੀ ਮਜਬੂਰ ਕਰਦਾ ਹੈ ਅਤੇ ਲੋਕਾਂ ਨੂੰ ਇਹਦੇ ਲਈ ਲੜਨਾ ਅਤੇ ਖੜਨਾ ਵੀ ਚਾਹੀਦਾ ਹੈ ਜੀ। ਅਤੇ ਦਵਿੰਦਰ ਜੀ, ਇਹ ਤਾਂ ਤੁਸੀਂ ਵੀ ਕਿ ਕੀ ਸੀ ਇਹ ਪੂਰਾ ਮਾਮਲਾ, ਅਤੇ ਸੁਪਰੀਮ ਕੋਰਟ ਵੱਲੋਂ ਇਸ 'ਤੇ ਜਿਹੜਾ ਹੈਗਾ ਕਿਸ ਤਰ੍ਹਾਂ ਦੀ ਟਿੱਪਣੀ ਕੀਤੀ ਗਈ? ਦੇਖੋ, ਸੁਪਰੀਮ ਕੋਰਟ ਦੇ ਵਿੱਚ ਤਕਰੀਬਨ ਦਰਜਨ ਦੇ ਕਰੀਬ ਜਿਹੜੇ ਆ ਉਹ ਪ੍ਰੋਮੀਨੈਂਟ ਜਿਹੜੇ ਲੋਕ ਸੀ ਉਹ ਗਏ ਉੱਥੇ ਸੁਪਰੀਮ ਕੋਰਟ 'ਚ। ਸੁਪਰੀਮ ਕੋਰਟ ਨੇ ਕਈ ਮਹੀਨਿਆਂ ਦਾ ਟਾਈਮ ਜਿਹੜਾ ਉਹ ਭਾਰਤ ਸਰਕਾਰ ਨੂੰ ਦਿੱਤਾ। ਭਾਰਤ ਸਰਕਾਰ ਨੂੰ ਪੈਨਲ ਬਣਾਉਣ ਦੀ ਗੱਲ ਕੀਤੀ, ਕੋਈ ਪੈਨਲ ਨਹੀਂ ਬਣਿਆ। ਵਿਸਥਾਰਤ ਜਿਹੜਾ ਹੈ ਉਹ ਹਲਫਨਾਮਾ ਦਾਇਰ ਕਰਨ ਦੀ ਗੱਲ ਕੀਤੀ,
ਕੋਈ ਹਲਫਨਾਮਾ ਦਾਇਰ ਨਹੀਂ ਕੀਤਾ। ਹਾਲਾਂਕਿ ਇਹ ਸੀ ਵੀ ਸਾਡੇ ਗਵਰਨਮੈਂਟ ਆਫ ਇੰਡੀਆ ਦੇ ਸੋਲਿਸਿਟਰ ਜਨਰਲ ਜਿਹੜੇ ਆ ਤੁਸ਼ਾਰ ਮਹਿਤਾ, ਉਹ ਸਾਰੇ ਕਾਸੇ ਤੇ ਪਰਦਾਪੋਸ਼ੀ ਕਰਦੇ ਜਿਹੜੇ ਆ ਉਹ ਦਿਖਾਈ ਦੇ ਰਹੇ ਸੀ। ਜੋ ਘਟਨਾਕ੍ਰਮ ਜੋ ਹੁਣ ਤੱਕ ਦੀ ਹੀਅਰਿੰਗਸ ਜਿਹੜੀਆਂ ਨੇ ਸੁਪਰੀਮ ਕੋਰਟ ਦੇ ਵਿੱਚ ਸਾਹਮਣੇ ਆਈਆਂ, ਸੁਪਰੀਮ ਕੋਰਟ ਨੇ ਜਿਹੜੇ ਸਭ ਤੋਂ ਵੱਡੇ ਬੁਨਿਆਦੀ ਜਿਹੜੇ ਸਵਾਲ ਉਠਾਏ ਨੇ, ਸਭ ਤੋਂ ਵੱਡਾ ਉਹਨਾਂ ਨੇ ਕਿਹਾ ਵੀ ਕੌਮੀ ਸੁਰੱਖਿਆ ਜਿਹੜੀ ਹੈ ਉਹ ਫਿਕਰ ਸਾਨੂੰ ਵੀ ਹੈ। ਕੌਮੀ ਸੁਰੱਖਿਆ ਦਾ ਮਤਲਬ ਇਹ ਨਹੀਂ ਵੀ ਤੁਸੀਂ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਨੂੰ ਕੁਚਲ ਦਿਓ, ਅਸੀਂ ਦੇਖਣਾ ਹੈ, ਸੁਪਰੀਮ ਕੋਰਟ ਦੇਖੂਗੀ ਵੀ ਇਹ ਵਾਕਈ ਕੌਮੀ ਸੁਰੱਖਿਆ ਦਾ ਮਸਲਾ ਹੈ ਜਾਂ ਨਹੀਂ ਹੈ। ਹੁਣ ਜਿਹੜਾ ਸੁਪਰੀਮ ਕੋਰਟ ਨੇ ਪੈਨਲ ਵੀ ਬਣਾਇਆ ਹੈ, ਉਹ ਕਿਉਂਕਿ ਜਿਹੜੇ ਇੱਕ ਐਸੇ ਜੱਜ ਦੀ ਅਗਵਾਈ 'ਚ ਬਣਾਇਆ ਹੈਗਾ, ਜਿਹੜੇ ਜੱਜ ਦਾ ਇੱਕ ਸਤਿਕਾਰਤ ਥਾਂ ਹੈਗਾ ਨਿਆਂਪਾਲਿਕਾ ਦੇ ਵਿੱਚ, ਇਸ ਲਈ ਇਹ ਤਵੱਕੋ ਵੀ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਦੇ ਨਾਲ ਵੀ ਜਿਹੜੇ ਬੰਦੇ ਲਾਏ ਨੇ ਉਹ ਆਪੋ ਆਪਣੇ ਫੀਲਡ ਦੇ ਐਕਸਪਰਟ ਬੰਦੇ ਨੇ, ਉਹਨਾਂ ਦਾ ਵੀ ਉਹਨਾਂ 'ਤੇ ਹਜੇ ਤੱਕ ਜਿਹੜੀਆਂ ਨੇ ਕੋਈ ਦਾਗ ਜਿਹੜਾ ਉਹ ਸਾਹਮਣੇ ਨਹੀਂ ਆਇਆ ਉਹਨਾਂ ਦੀ ਸ਼ਖਸੀਅਤ 'ਤੇ। ਇਸ ਲਈ ਇਹ ਤਵੱਕੋ ਕੀਤੀ ਜਾਂਦੀ ਹੈ ਵੀ ਜਿਹੜੀ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਜਾਊਗਾ, ਬਸ਼ਰਤੇ ਭਾਰਤ ਸਰਕਾਰ ਇਸ ਪੈਨਲ ਨੂੰ, ਸੁਪਰੀਮ ਕੋਰਟ ਨੇ ਜਿਹੜਾ ਇਹ ਪੈਨਲ ਗਠਨ ਕੀਤਾ ਹੈ, ਉਹਨੂੰ ਕਿੰਨਾ ਕੁ ਸਹਿਯੋਗ ਦਿੰਦੀ ਹੈ। ਕਿਉਂਕਿ ਕੋਈ ਵੀ ਪੈਨਲ ਜਿਹੜਾ ਹੈ ਉਹ ਸਰਕਾਰੀ ਸਹਿਯੋਗ ਤੋਂ ਬਿਨਾਂ ਆਪਣੀ ਰਿਪੋਰਟ ਨੂੰ ਕੰਪਲੀਟ ਜਿਹੜਾ ਹੈ ਉਹ ਨਹੀਂ ਕਰ ਸਕਦਾ। ਇਸ ਲਈ ਇਹਦੇ 'ਚ ਸਰਕਾਰ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਜੇ ਸਰਕਾਰ ਨੇ ਕੁਝ ਗਲਤ ਨਹੀਂ ਕੀਤਾ ਤਾਂ ਉਹਦੀ ਡਿਊਟੀ ਬਣਦੀ ਹੈ ਉਹ ਪੈਨਲ ਨੂੰ ਜਿਹੜਾ ਉਹ ਪੂਰਾ ਸਹਿਯੋਗ ਕਰੇ। ਸਾਡੇ ਮੁਲਕ ਦੇ ਵਿੱਚ ਚਾਹੇ ਉਹ ਨਿਆਂਪਾਲਿਕਾ ਹੈ, ਚਾਹੇ ਕਾਰਜਪਾਲਿਕਾ ਹੈ, ਚਾਹੇ ਵਿਧਾਨ ਪਾਲਿਕਾ ਹੈ, ਚਾਹੇ ਮੀਡੀਆ ਹੈ, ਇਹਨਾਂ ਸਾਰਿਆਂ ਦੇ ਜੇ ਅਧਿਕਾਰ ਨੇ ਤਾਂ ਇਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਨੇ। ਹਰ ਇੱਕ ਦਾ ਜਿਹੜਾ ਮਤਲਬ ਇੱਕ ਦੂਜੇ ਨਾਲ ਜੁੜਿਆ ਹੋਇਆ ਹੈਗਾ। ਤਾਂ ਜਦੋਂ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਹੈ, ਜਿੰਨੇ ਸਾਰੇ ਇਹ ਚਾਰੇ ਥੰਮ ਜਿਹੜੇ ਸਟਰੋਂਗ ਹੋਣਗੇ, ਉਨੀ ਹੀ ਸਾਡੀ ਜਮਹੂਰੀਅਤ ਜਿਹੜੀ ਹੈ, ਸਾਡਾ ਲੋਕਤੰਤਰ ਜਿਹੜਾ ਉਹ ਮਜ਼ਬੂਤ ਹੋਊਗਾ। ਇਸ ਲਈ ਹਰ ਇੱਕ ਦੀ ਜਵਾਬਦੇਹੀ ਤੇ ਹਰ ਇੱਕ ਦਾ ਕੰਮ ਕਰਨਾ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਦਾ ਮੁਲਕ ਦੇ ਵਿੱਚ ਮਾਹੌਲ ਬਣਿਆ ਹੋਇਆ ਹੈ, ਕਾਰਜਪਾਲਿਕਾ ਖਾਸ ਕਰਕੇ ਸਰਕਾਰ ਜਿਹੜੀ ਹੈ ਵੀ ਇਹਦੀ ਕੋਈ ਜਵਾਬਦੇਹੀ ਹੈ ਹੀ ਨਹੀਂ, ਇਹਨੂੰ ਕੋਈ ਸਵਾਲ ਨਹੀਂ ਕਰ ਸਕਦਾ, ਇਹਨੂੰ ਕੋਈ ਜਵਾਬਦੇਹ ਨਹੀਂ ਬਣਾ ਸਕਦਾ। ਪਰ ਸੁਪਰੀਮ ਕੋਰਟ ਦਾ ਜਿਹੜਾ ਕੱਲ੍ਹ ਦਾ ਫੈਸਲਾ ਆਇਆ ਹੈ, ਉਹਨੇ ਇੱਕ ਤਰ੍ਹਾਂ ਨਾਲ ਗੌਰਮੈਂਟ ਦੀ, ਮੋਦੀ ਸਰਕਾਰ ਦੀ ਜਵਾਬਦੇਹੀ ਵੀ ਤੈਅ ਕੀਤੀ ਹੈ ਤੇ ਨਾਲੇ ਲੋਕਾਂ ਦਾ ਜਿਹੜਾ ਇਹ ਮੰਨਿਆ ਜਾ ਸਕਦਾ ਵੀ ਨਿਆਂਪਾਲਿਕਾ ਦੇ ਵਿੱਚ ਇੱਕ ਭਰੋਸਾ ਵੀ ਵਧਿਆ ਹੈਗਾ। ਤਾਂ ਜੋ ਜੇ ਨਿਆਂਪਾਲਿਕਾ ਨੇ ਕਾਰਜਪਾਲਿਕਾ ਦੀ ਇੱਕ ਜ਼ਿੰਮੇਵਾਰੀ ਤੈਅ ਕਰਕੇ ਆਪਣੇ ਤੌਰ 'ਤੇ ਪੈਨਲ ਤੈਅ ਵੀ ਆਹ ਪੈਨਲ ਜਿਹੜਾ ਉਹ ਜਾਂਚ ਕਰੂਗਾ, ਤਾਂ ਇੱਕ ਜਵਾਬਦੇਹੀ ਵੱਲ ਇੱਕ ਵੱਧਦਾ ਕਦਮ ਹੈ। ਜੀ ਦਵਿੰਦਰ ਜੀ, ਜਦੋਂ ਕੇਂਦਰ ਸਰਕਾਰ ਦੇ ਫੈਸਲਿਆਂ ਦਾ ਦੇਸ਼ ਭਰ ਦੇ ਵਿੱਚ ਵਿਰੋਧ ਹੋ ਰਿਹਾ ਤੇ ਮੀਡੀਆ ਦਾ ਇੱਕ ਜਿਹੜਾ ਆਪਣਾ ਹਿੱਸਾ ਕਹਿ ਦਈਏ ਜਿਹਨੂੰ ਗੋਦੀ ਮੀਡੀਆ ਵਜੋਂ ਜਾਣਿਆ ਜਾਂਦਾ, ਉਹ ਸਰਕਾਰ ਦੇ ਹਲੇ ਵੀ ਗੁਣਗਾਨ ਤੋਂ ਨਹੀਂ ਹਟ ਰਿਹਾ, ਪਰ ਜਦੋਂ ਸਰਕਾਰ ਦੀ ਜਿਹੜੇ ਮੀਡੀਆ ਵੱਲੋਂ ਜਵਾਬਦੇਹੀ ਚੱਕੀ ਜਾ ਰਹੀ ਹੈ, ਸਵਾਲ ਪੁੱਛੇ ਜਾ ਰਹੇ ਨੇ, ਅਸੀਂ ਜਾਣਨਾ ਚਾਹਾਂਗੇ ਵੀ ਕਿ ਸਰਕਾਰ ਨੇ ਉਹਨਾਂ ਦੀ ਜਸੂਸੀ ਕੀਤੀ ਹੈ ਤੇ ਉਹਨਾਂ ਵਿੱਚ ਕਿਹੜੇ ਵੱਡੇ ਇਹੋ ਜਿਹੇ ਚਿਹਰੇ ਨੇ ਵੀ ਕਿ ਜਿਨ੍ਹਾਂ ਦੇ ਮੁੱਖ ਤੌਰ 'ਤੇ ਨਾਮ ਸਾਹਮਣੇ ਆਏ ਨੇ। ਦੇਖੋ, ਮੁਲਕ ਦੇ ਵਿੱਚ ਜਦੋਂ ਤੋਂ 2014 ਤੋਂ ਅਸੀਂ ਕਹਿ ਲਈਏ ਵੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਦੇ ਵਿੱਚ ਸਰਕਾਰ ਦਾ ਗਠਨ ਹੋਇਆ ਜੀ, ਉਦੋਂ ਤੋਂ ਮੀਡੀਆ ਦਾ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਸਰਕਾਰ ਦੀ ਬੋਲਦਾ ਦਿਖਾਈ ਦੇ ਰਿਹਾ ਹੈ, ਜਿਹਨੂੰ ਅਸੀਂ ਗੋਦੀ ਮੀਡੀਆ ਦਾ ਨਾਂ ਦਿੱਤਾ। ਜੋ ਸਰਕਾਰ ਚਾਹੁੰਦੀ ਹੈ ਉਹ ਕਰਦੀ ਹੈ। ਇੱਥੋਂ ਤੱਕ ਹੈ ਵੀ ਜਦੋਂ ਕੋਈ ਕੌਮੀ ਪੱਧਰ 'ਤੇ ਕੋਈ ਵੱਡਾ ਇਸ਼ੂ ਜਿਹੜਾ ਸਾਹਮਣੇ ਆਉਂਦਾ ਹੈ ਜਿਹਦੇ 'ਚ ਸਰਕਾਰ ਦੀ ਨਮੋਸ਼ੀ ਹੁੰਦੀ ਹੈ, ਚਾਹੇ ਉਹ ਕਰੋਨਾ ਨਾਲ ਲੋਕਾਂ ਦੀਆਂ ਮੌਤਾਂ ਜਾਣ ਦਾ ਮਸਲਾ ਹੋਵੇ, ਚਾਹੇ ਲਖੀਮਪੁਰ ਖੀਰੀ ਦਾ ਕਾਂਡ ਹੋਵੇ, ਜਾਂ ਪੈਟਰੋਲ ਡੀਜ਼ਲ ਦੇ ਭਾਅ ਦੇ ਵਧਣ ਨਾਲ ਲੋਕਾਂ 'ਚ ਨਾਰਾਜ਼ਗੀ ਪੈਦਾ ਹੁੰਦਾ ਹੋਵੇ, ਤਾਂ ਉਦੋਂ ਜਦੋਂ ਰੀਆ ਚੱਕਰਵਰਤੀ ਜਾਂ ਸ਼ਾਹਰੁਖ ਖਾਨ ਦੇ ਬੇਟੇ ਵਾਲਾ ਕੇਸ ਹੈ, ਜਿਹੜਾ ਇਸ ਤਰ੍ਹਾਂ ਦੇ ਕੇਸ ਨੇ ਜਿਹੜੇ ਉਹ ਮੀਡੀਆ ਦੇ ਵਿੱਚ ਉਭਾਰ ਦਿੱਤੇ ਜਾਂਦੇ ਨੇ ਤਾਂ ਜੋ ਲੋਕਾਂ ਦਾ ਜਿਹੜਾ ਉਹ ਧਿਆਨ ਜਿਹੜਾ ਉਹ ਡਾਇਵਰਟ ਹੋ ਸਕੇ। ਐਂਡ ਇਸੇ ਦੌਰ ਦੇ ਵਿੱਚ ਕਈ ਪਲੇਟਫਾਰਮ ਐਸੇ ਆਏ, ਕਈ YouTube ਚੈਨਲ ਜਿਹੜੇ ਆ ਸਾਹਮਣੇ ਆਏ, ਕਈ ਇਹ ਕਹਿ ਲਈਏ ਅਸੀਂ ਵੀ ਇੰਡੀਵਿਜੂਅਲ ਜਿਹੜੇ ਆ ਬੰਦਿਆਂ ਨੇ ਆਪਣੇ ਤੌਰ 'ਤੇ ਸਰਕਾਰਾਂ ਦੀ ਜਵਾਬਦੇਹੀ ਬਣਾਉਣ ਲਈ ਇੱਕ ਆਪਣੇ ਮੰਚ ਤਿਆਰ ਕੀਤੇ। ਉਹਨਾਂ 'ਚ ਜਿਵੇਂ ਅਸੀਂ ਕਹਿ ਲਈਏ ਇਸ ਪੈਗਾਸਸ ਦਾ ਹੀ ਜਿਹੜੇ ਸ਼ਿਕਾਰ ਹੋਏ, ਦਾ ਵਾਇਰ ਦੇ ਸੰਪਾਦਕ ਹਰਸ਼ ਵਰਦਰਾਜਨ, ਉਹ ਸ਼ਿਕਾਰ ਹੋਏ ਇਹਦਾ। ਉਹਦਾ ਤਾਂ ਮਤਲਬ ਇਹ ਕਲੀਅਰ ਕੱਟ ਦਿਖਾਈ ਦਿੰਦਾ ਹੈ ਵੀ ਗੋਦੀ ਮੀਡੀਆ ਤਾਂ ਚਲੋ ਸਾਡੇ ਨਾਲ ਹੈ, ਜਿਹੜਾ ਹੋਰ ਮੀਡੀਆ ਹੈ, ਚਾਹੇ ਉਹਦਾ ਵਾਇਰ ਹੈ, ਦਾ ਪ੍ਰਿੰਟ ਹੈ, ਜਾਂ ਕੋਈ ਹੋਰ ਇੰਡੀਵਿਜੂਅਲ ਜਰਨਲਿਸਟ ਨੇ, ਚਾਹੇ ਉਹ ਰਵੀਸ਼ ਕੁਮਾਰ ਹੈ ਜਾਂ ਕੋਈ ਹੋਰ, ਵੀ ਇਹ ਜਿਹੜੇ ਜਵਾਬਦੇਹੀ ਬਣਾਉਂਦੇ ਇਹਨਾਂ ਨੂੰ ਕਿਵੇਂ ਰੋਕਿਆ ਜਾਵੇ। ਹੁਣ ਪੱਤਰਕਾਰਤਾ ਦੇ ਵਿੱਚ ਸਭ ਤੋਂ ਵੱਡਾ ਹੁੰਦਾ ਸਾਡਾ ਸੋਰਸ। ਜੇ ਤੁਸੀਂ ਪੱਤਰਕਾਰ ਦੀ ਜਸੂਸੀ ਕਿਸੇ ਦੀ ਕਰਨ ਲੱਗੇ, ਮੇਰੀ ਕਰਨ ਲੱਗੇ, ਤੁਹਾਡੇ ਕਰਨ ਲੱਗੇ, ਰਵੀਸ਼ ਕੁਮਾਰ ਦੀ ਕਰਨ ਲੱਗੇ, ਕਿਸੇ ਦੀ ਵੀ ਕਰਨ ਲੱਗੇ, ਜਦੋਂ ਸਾਡਾ ਸੋਰਸ ਨੰਗਾ ਹੋ ਗਿਆ, ਸਾਨੂੰ ਇੱਕ ਸੰਵਿਧਾਨ ਨੇ ਤੇ ਕਾਨੂੰਨ ਨੇ ਇੱਕ ਇਹ ਅਧਿਕਾਰ ਦਿੱਤਾ ਹੈ ਵੀ ਜੇ ਤੁਸੀਂ ਕਿਸੇ ਦੇ ਬਾਰੇ ਕੋਈ ਖਬਰ ਕੱਢਦੇ ਹੋ ਤਾਂ ਆਪਦਾ ਸਰੋਤ ਜਿਹੜਾ ਉਹ ਗੁਪਤ ਰੱਖ ਸਕਦੇ ਹੋ। ਇਸੇ ਕਰਕੇ ਸਾਨੂੰ
ਸਰਕਾਰੀ ਫਾਈਲਾਂ ਦੇ ਵਿੱਚੋਂ ਖਬਰਾਂ ਮਿਲ ਜਾਂਦੀਆਂ ਨੇ, ਅਸੀਂ ਆਪਦਾ ਸਰੋਤ ਗੁਪਤ ਰੱਖ ਸਕਦੇ ਹਾਂ। ਜੇ ਸਰਕਾਰ ਸਾਡੀ ਜਸੂਸੀ ਕਰਨ ਲੱਗ ਜੇ ਤੇ ਸਰਕਾਰ ਨੂੰ ਪਹਿਲਾਂ ਹੀ ਸਾਡੇ ਸਰੋਤ ਦਾ ਪਤਾ ਲੱਗ ਜੇ ਤਾਂ ਖਬਰਾਂ ਬੰਦ ਹੋ ਗਈਆਂ। ਬਿਲਕੁਲ। ਖਬਰਾਂ ਬੰਦ ਹੋ ਗਈਆਂ ਤਾਂ ਸਰਕਾਰਾਂ ਦੀ ਜਵਾਬਦੇਹੀ ਬਣਨੀ ਬੰਦ ਹੋ ਗਈ। ਸਰਕਾਰਾਂ ਦੀ ਜਵਾਬਦੇਹੀ ਬੰਦ ਹੋ ਗਈ ਤਾਂ ਲੋਕਾਂ ਦੇ ਜਿਹੜੇ ਜਮਹੂਰੀ ਹੱਕਾਂ ਦਾ ਘਾਣ ਸ਼ੁਰੂ ਹੋ ਗਿਆ। ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਸ਼ੁਰੂ ਹੋ ਗਿਆ, ਲੋਕਤੰਤਰ ਖਤਮ ਹੋ ਗਿਆ, ਡਿਕਟੇਟਰਸ਼ਿਪ ਜਿਹੜੀ ਆ ਉਹ ਸਥਾਪਿਤ ਹੋ ਗਈ। ਇਹ ਉਧਰ ਨੂੰ ਵੱਧਦੇ ਕਦਮ ਨੇ। ਜੇ ਪੱਤਰਕਾਰਾਂ ਦੀ, ਉਹਨਾਂ ਪੱਤਰਕਾਰਾਂ ਦੀ ਹੀ ਜਸੂਸੀ ਕਰਾਈ ਗਈ ਜਿਹੜੇ ਪੱਤਰਕਾਰ ਗੌਰਮੈਂਟ ਦੀ ਜਾਂ ਕੇਂਦਰ ਸਰਕਾਰ ਦੀ ਜਵਾਬਦੇਹੀ ਬਣਾਉਣ ਲਈ ਉਹੋ ਜਿਹੀਆਂ ਖਬਰਾਂ ਕੱਢਦੇ ਸੀ ਜਿਹਦੇ ਨਾਲ ਸਰਕਾਰ ਨੂੰ ਨਮੋਸ਼ੀ ਹੋਵੇ, ਜਾਂ ਉਹੋ ਜਿਹੀ ਚਰਚਾ ਕਰਦੇ ਸੀ ਜਿਹਦੇ ਨਾਲ ਸਰਕਾਰ ਦੀ ਨਮੋਸ਼ੀ ਹੋਵੇ, ਉਹੋ ਜਿਹੀ ਗੱਲ ਕਰਦੇ ਸੀ ਸਰਕਾਰ ਦੀ ਨਮੋਸ਼ੀ ਹੋਵੇ। ਇਸ ਲਈ ਹੈਲਦੀ ਜਿਹੜੀ ਅਸੀਂ ਜਮਹੂਰੀਅਤ ਲਈ, ਸਿਹਤਮੰਦ ਲੋਕਤੰਤਰ ਲਈ ਇਹ ਬਹੁਤ ਜ਼ਰੂਰੀ ਹੈ ਸਰਕਾਰਾਂ ਦੀ ਜਵਾਬਦੇਹੀ ਤੈਅ ਹੋਣੀ ਅਤੇ ਮੀਡੀਆ ਦਾ ਜਾਂ ਹੋਰ ਜਿੰਨੇ ਵੀ ਲੋਕਤੰਤਰ ਦੇ ਜਿਹੜੇ ਥੰਮ ਨੇ ਉਹਨਾਂ ਦਾ ਆਜ਼ਾਦਾਨਾ ਤੌਰ 'ਤੇ ਜ਼ਿੰਮੇਵਾਰੀ ਨਾਲ ਅਤੇ ਜਵਾਬਦੇਹੀ ਨਾਲ ਕੰਮ ਕਰਨਾ। ਜੀ ਦਵਿੰਦਰ ਜੀ, ਇਸ ਤੋਂ ਇੱਕ ਵੱਡਾ ਸਵਾਲ ਇਹ ਖੜਾ ਹੁੰਦਾ ਵੀ ਕਿ ਜਦੋਂ ਸਰਕਾਰਾਂ ਦੀ ਜਵਾਬਦੇਹੀ ਬਣਾਉਣ ਵਾਲੇ ਮੀਡੀਆ ਦੀ ਜਸੂਸੀ ਹੋਣ ਲੱਗ ਜੇ, ਉਹਨਾਂ ਦੇ ਸਰੋਤ ਜਿਹੜੇ ਨੇ ਉਹ ਨਸ਼ਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਤਾਂ ਫਿਰ ਇਹ ਸਰਕਾਰਾਂ ਦੀ ਜਵਾਬਦੇਹੀ ਕੌਣ ਬਣਾਏਗਾ? ਅਤੇ ਸਰਕਾਰ ਜਿਹੜਾ ਹੈਗਾ ਇਸ ਨੂੰ ਕਿਸ ਪਾਸੇ ਲੈ ਕੇ ਜਾਣਾ ਚਾਹੁੰਦੀ ਹੈ ਵੀ ਕਿ ਮੀਡੀਆ ਦੇ ਜਿਹੜੇ ਅੱਗੇ ਸਰੋਤ ਤੱਕ ਉਹ ਨਸ਼ਰ ਕਰਨ ਦੀ ਜਿਹੜੀ ਅੱਗੇ ਕੋਸ਼ਿਸ਼ਾਂ ਕਰ ਰਹੀ ਹੈ? ਨਹੀਂ, ਇਹ ਬਹੁਤ ਹੀ ਜਮਹੂਰੀਅਤ ਦੇ ਵਿੱਚ ਬਹੁਤ ਦੁਖਦਾਈ ਪਹਿਲੂ ਹੈ। ਇਸੇ ਕਰਕੇ ਅਸੀਂ ਜਿਹੜੀ ਹੈ ਸੁਪਰੀਮ ਕੋਰਟ ਦਾ ਫੈਸਲਾ ਹੈ ਉਹਨੂੰ ਸਹੀ ਦਿਸ਼ਾ ਦੇ ਵਿੱਚ, ਸਹੀ ਨਜ਼ਰੀਏ ਤੋਂ ਜੇ ਅਸੀਂ ਦੇਖੀਏ ਤਾਂ ਸਰਕਾਰ ਲਈ ਇਹ ਬਹੁਤ ਵੱਡਾ ਝਟਕਾ ਹੈ, ਸਰਕਾਰ ਲਈ ਇਹ ਬਹੁਤ ਵੱਡਾ ਚੈਲੰਜ ਹੈ। ਸਰਕਾਰ ਨੂੰ ਦੱਸਤਾ ਵੀ ਜੇ ਤੁਸੀਂ ਇਸ ਤਰ੍ਹਾਂ ਦੇ ਫੈਸਲੇ ਕਰੋਗੇ ਤਾਂ ਨਿਆਂਪਾਲਿਕਾ ਵੀ ਚੁੱਪ ਕਰਕੇ ਨਹੀਂ ਬੈਠ ਸਕਦੀ ਅਤੇ ਨਿਆਂਪਾਲਿਕਾ ਕੋਈ ਇਸ ਤਰ੍ਹਾਂ ਦੇ ਫੈਸਲੇ ਲੈ ਸਕਦੀ ਹੈ। ਇਸੇ ਲਈ ਮੀਡੀਆ ਦਾ ਆਜ਼ਾਦ ਹੋਣਾ, ਗੋਦੀ ਮੀਡੀਆ ਦਾ ਸਰਕਾਰ ਦੀ ਬੁੱਕਲ ਦੇ ਵਿੱਚੋਂ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੈ। ਜਿੰਨਾ ਚਿਰ ਸਰਕਾਰ ਕੋਈ ਵੀ ਹੋਵੇ, ਕਾਂਗਰਸ ਦੀ ਹੋਵੇ, ਭਾਰਤੀ ਜਨਤਾ ਪਾਰਟੀ ਦੀ ਹੋਵੇ, ਚਾਹੇ ਕੋਈ ਸੂਬਾ ਸਰਕਾਰਾਂ ਹੋਣ, ਉਹਨਾਂ ਸਰਕਾਰਾਂ ਦੀ ਜਵਾਬਦੇਹੀ ਬਣਾਉਣੀ ਅਤੇ ਲੋਕਾਂ ਦੇ ਹਰ ਗੱਲ ਦਾ ਜਵਾਬ ਦੇਣਾ ਬਹੁਤ ਜ਼ਰੂਰੀ ਹੈ। ਜੀ ਦਵਿੰਦਰ ਜੀ, ਕਿਸਾਨ ਅੰਦੋਲਨ ਨੂੰ ਵੀ ਜਿਹੜਾ 11 ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਿਆ ਅਤੇ ਸਾਡੀ ਮੀਡੀਆ ਦੇ ਇੱਕ ਹਿੱਸੇ ਵੱਲੋਂ, ਜਿਹਨੂੰ ਆਪਾਂ ਗੋਦੀ ਮੀਡੀਆ ਕਹਿੰਦੇ ਹਾਂ, ਉਹਨੇ ਸਰਕਾਰ ਦਾ ਪੱਖ ਪੂਰਿਆ, ਪਰ ਕਿਤੇ ਨਾ ਕਿਤੇ ਇੱਕ ਮੀਡੀਆ ਦੇ ਹਿੱਸੇ ਨੇ ਜਿਹੜਾ ਜੋ ਹਕੀਕਤ ਹੈ ਉਸ ਨੂੰ ਸਭ ਦੇ ਸਾਹਮਣੇ ਜਿਹੜਾ ਲਿਆਂਦਾ ਹੈ। ਇਸ ਨੂੰ ਕਿਵੇਂ ਦੇਖੋਗੇ ਵੀ ਕਿ ਉਹਨਾਂ ਹੀ ਲੋਕਾਂ ਨੂੰ ਜਸੂਸੀ ਲਈ ਟਾਰਗੇਟ ਜਿਹੜਾ ਹੈਗਾ ਕੀਤਾ ਗਿਆ? ਇਸ ਨੂੰ ਤੁਸੀਂ ਸਰਕਾਰ ਦੀ ਕਾਰਗੁਜ਼ਾਰੀ 'ਤੇ ਕਿਸ ਤਰ੍ਹਾਂ ਇਹ ਸਵਾਲ ਖੜੇ ਕਰਦੇ ਹੋ? ਦੇਖੋ, ਕਿਸਾਨ ਅੰਦੋਲਨ ਜੇ ਅਸੀਂ ਦੇਖਿਆ ਜਾਵੇ ਤਾਂ ਬਿਨਾਂ ਸ਼ੱਕ, ਜਿਵੇਂ ਤੁਸੀਂ ਕਿਹਾ ਵੀ ਮੀਡੀਆ ਦੇ ਇੱਕ ਹਿੱਸੇ ਨੇ ਇਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਉਸੇ ਤਰ੍ਹਾਂ ਕੀਤੀ ਜਿਵੇਂ ਸਰਕਾਰੀ ਏਜੰਸੀਆਂ ਨੇ ਇਸ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਲੀਹ ਤੋਂ ਲਾਉਣ ਦੀ ਕੋਸ਼ਿਸ਼ ਕੀਤੀ। ਉਹਦਾ ਇਹ ਹੋਇਆ ਵੀ ਜਿਹੜਾ ਇਹ ਅੰਦੋਲਨ ਹੈ ਉਹ ਇੱਕ ਤਾਂ ਛੋਟਾ ਅੰਦੋਲਨ ਨਹੀਂ ਰਿਹਾ, ਇਹ ਮੁਲਕ ਦਾ ਇੱਕ ਬਹੁਤ ਵੱਡਾ ਅੰਦੋਲਨ ਬਣ ਜਾਣ ਕਾਰਨ ਸਰਕਾਰ ਦੀ ਇਹ ਅੱਜ ਤੱਕ ਵੀ ਨਮੋਸ਼ੀ ਅਤੇ ਬਦਨਾਮੀ ਦਾ ਕਾਰਨ ਬਣਿਆ ਹੋਇਆ ਹੈ। ਫਿਰ ਇਹ ਹੈ ਵੀ ਇਹ ਪੂਰੇ ਮੁਲਕ ਦੇ ਵਿੱਚ ਅੰਦੋਲਨ ਛੋਟੇ ਵੱਡੇ ਰੂਪ ਦੇ ਵਿੱਚ ਕਿਸੇ ਵੀ ਅਸੀਂ ਸਟੇਟ ਦੇ ਵਿੱਚ ਲੈ ਲਈਏ, ਇਹ ਫੈਲ ਚੁੱਕਿਆ ਹੈਗਾ, ਲੋਕਾਂ ਤੱਕ ਇਹਦੀ ਆਵਾਜ਼ ਪਹੁੰਚ ਚੁੱਕੀ ਹੈਗੀ। ਇੱਥੋਂ ਤੱਕ ਕਿ ਦੁਨੀਆ ਪੱਧਰ 'ਤੇ ਵੀ ਹੋਰਨਾਂ ਮੁਲਕਾਂ ਦਾ ਧਿਆਨ ਖਿੱਚਣ ਦੇ ਵਿੱਚ ਇਹ ਅੰਦੋਲਨ ਕਾਮਯਾਬ ਹੋਇਆ ਪਿਆ। ਹੁਣ ਜਦੋਂ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਹੋਰਨਾਂ ਇਹਨਾਂ ਸਮੇਤ 5 ਸੂਬਿਆਂ ਦੀਆਂ ਚੋਣਾਂ ਆ ਰਹੀਆਂ ਨੇ, ਤਾਂ ਬਿਨਾਂ ਸ਼ੱਕ ਭਾਰਤ ਸਰਕਾਰ ਲਈ ਇਹ ਉਸ ਤੋਂ ਵੀ ਵੱਡੀ ਚੁਣੌਤੀ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਸਾਰਾ ਵਕਾਰ ਜਿਹੜਾ ਉਹ ਦਾਅ 'ਤੇ ਲੱਗਿਆ ਪਿਆ ਹੈ ਉੱਤਰ ਪ੍ਰਦੇਸ਼ ਦੇ ਵਿੱਚ। ਇਸ ਲਈ ਜਦੋਂ ਅਸੀਂ ਇਹਦੀ ਸਾਰੀ ਸਮੀਖਿਆ ਕਰਦੇ ਹਾਂ, ਗੋਦੀ ਮੀਡੀਆ ਨੇ ਕੋਈ ਕਸਰ ਨਹੀਂ ਛੱਡੀ ਸਰਕਾਰੀ ਏਜੰਸੀਆਂ ਵਾਂਗ ਇਹਨੂੰ ਅੰਦੋਲਨ ਨੂੰ ਲੀਹ ਤੋਂ ਲਾਉਣ ਦੀ, ਪਰ ਇਹ ਅੰਦੋਲਨ ਆਪਦੇ ਦਮ 'ਤੇ ਅੱਗੇ ਵੱਧਦਾ ਜਾ ਰਿਹਾ ਹੈ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ, ਜਿਨ੍ਹਾਂ ਨੇ ਦੱਸਿਆ ਵੀ ਕਿ ਮੀਡੀਆ ਦਾ ਆਜ਼ਾਦ ਹੋਣਾ ਬਹੁਤ ਜ਼ਰੂਰੀ ਹੈ। ਮੀਡੀਆ ਇੱਕ ਅਜਿਹਾ ਸਾਧਨ ਹੈ ਜੋ ਕਿ ਸਰਕਾਰਾਂ ਦੀ ਜਵਾਬਦੇਹੀ ਬਣਾ ਸਕਦਾ ਹੈ ਅਤੇ ਸਰਕਾਰਾਂ ਦੇ ਕੰਮਕਾਜ ਜੋ ਕਿ ਲੋਕ ਵਿਰੋਧੀ ਹੋਣ ਉਹਨਾਂ 'ਤੇ ਸਵਾਲ ਖੜੇ ਕਰ ਸਕਦਾ ਹੈ, ਅਤੇ ਮੀਡੀਆ ਦਾ ਆਜ਼ਾਦ ਹੋਣਾ ਇਸ ਲਈ ਬਹੁਤ ਜ਼ਰੂਰੀ ਹੈ ਤਾਂ ਜੋ ਲੋਕ ਭਲਾਈ ਦੇ ਜਿਹੜੇ ਹੈਗੇ ਫੈਸਲੇ ਲੈ ਸਕਣ ਸਰਕਾਰਾਂ। ਹੋਵੇਗਾ ਕਿ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।